ਇਬਨ ਬਤੂਤਾ ਮੋਰਾਕੋ ਦੇ ਕਾਜ਼ੀਆਂ ਦਾ ਮੁੰਡਾ ਜੋ 21 ਸਾਲ ਦੀ ਉਮਰ ਵਿੱਚ ਹੀ ਹੱਜ ਲਈ ਤੁਰ ਪਿਆ। ਤੁਰਿਆ ਤਾਂ ਉਹ ਕੁਝ ਮਹੀਨਿਆਂ ਲਈ ਹੀ ਸੀ, ਪਰ ਕੇਰਾਂ ਤੁਰਿਆ ਤਾਂ 30 ਸਾਲ ਘਰ ਹੀ ਨਾ ਪਰਤਿਆ। ਉਹ ਐਸਾ ਯਾਤਰੀ ਸੀ ਜੋ ਹਰ ਵਕਤ ਜੁੱਤੀ ਕੱਛ ਵਿੱਚ ਹੀ ਰੱਖਦਾ ਸੀ। ਉਸ ਦੀ ਜ਼ਿੰਦਗੀ ਦੇ ਬੜੇ ਦਿਲਚਸਪ ਕਿੱਸੇ ਹਨ। ਤੁਰਦਾ ਫਿਰਦਾ ਉਹ ਭਾਰਤ ਕਿਵੇਂ ਪਹੁੰਚਿਆ, ਦਿੱਲੀ ਦਾ ਕਿਹੜਾ ਸੁਲਤਾਨ ਉਹਦਾ ਸਿਰ ਵੱਢਣਾ ਚਾਹੁੰਦਾ ਸੀ, ਤੇ 13ਵੀਂ ਸਦੀ ਵਿੱਚ ਸੁਨੇਹੇ ਭੇਜਣ ਦਾ ਕਿਹੜਾ ਤਰੀਕਾ ਉਸ ਨੂੰ ਬਹੁਤ ਮਜ਼ੇਦਾਰ ਲੱਗਿਆ। ਅੱਜ ਤੁਹਾਡੇ ਨਾਲ ਇਹ ਸਾਰੇ ਸਾਂਝੇ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ, ਜਿਨ੍ਹਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ। ਇਬਨ ਬਤੂਤਾ ਦਾ ਜਨਮ 1304 ਵਿੱਚ ਮੋਰਾਕੋ ਦੇ ਕਾਜ਼ੀਆਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। ਬਤੂਤਾ ਨੇ ਆਪਣੇ ਪਰਿਵਾਰ ਦੇ ਨਕਸ਼ੇ ਕਦਮ ਤੇ ਚੱਲਦਿਆਂ ਕਾਜ਼ੀ ਬਣਨ ਲਈ ਤਾਲੀਮ ਹਾਸਲ ਕੀਤੀ। ਉਸ ਨੂੰ ਹੱਜ ਕਰਨ ਅਤੇ ਬਗਦਾਦ ਵਰਗੇ ਮਸ਼ਹੂਰ ਸ਼ਹਿਰਾਂ ਵਿੱਚ ਜਾ ਕੇ ਹੋਰ ਤਾਲੀਮ ਹਾਸਲ ਕਰਨ ਦੀ ਬੜੀ ਇੱਛਾ ਸੀ। 1325 ਵਿੱਚ ਜਦੋਂ 21 ਸਾਲ ਦਾ ਸੀ, ਉਸਨੇ 1,20,000 ਕਿਲੋਮੀਟਰ ਦਾ ਲੰਮਾ ਸਫ਼ਰ ਤੈਅ ਕਰਨ ਲਈ ਆਪਣੀ ਯਾਤਰਾ ਸ਼ੁਰੂ ਕੀਤੀ। ਹਾਲਾਂਕਿ ਉਹ ਸਿਰਫ ਕੁਝ ਮਹੀਨਿਆਂ ਦਾ ਸਫ਼ਰ ਸੋਚ ਕੇ ਹੀ ਘਰੋਂ ਨਿਕਲਿਆ ਸੀ, ਪਰ ਉਸ ਨੂੰ ਵੀ ਨਹੀਂ ਪਤਾ ਸੀ ਕਿ ਉਹ ਦੁਨੀਆ ਘੁੰਮ ਕੇ ਵਾਪਸ ਪਰਤੇਗਾ। ਕਾਜ਼ੀਆਂ ਦੇ ਪਰਿਵਾਰ ਤੋਂ ਹੋਣ ਕਰਕੇ ਉਸ ਨੂੰ ਹਰ ਜਗ੍ਹਾ ਚੰਗਾ ਮਾਣ ਸਨਮਾਨ ਮਿਲਦਾ ਸੀ। ਉਹ ਸਭ ਤੋਂ ਪਹਿਲਾਂ ਖੱਚਰ ਤੇ ਸਵਾਰ ਹੋ ਕੇ ਹੱਜ ਲਈ ਰਵਾਨਾ ਹੋਇਆ। ਹੱਜ ਦੇ ਦੌਰਾਨ ਹੀ ਉਸਨੇ ਬਗਦਾਦ ਵਿੱਚ ਹੋਰ ਤਾਲੀਮ ਹਾਸਲ ਕੀਤੀ। ਉਸ ਦੀ ਤਾਲੀਮ ਕਾਰਨ ਹੀ ਬਗਦਾਦ ਤੋਂ ਅੱਗੇ ਜਾਂਦਿਆਂ ਉਹ ਇੱਕ ਕਾਫਲੇ ਦਾ ਕਾਜ਼ੀ ਬਣ ਗਿਆ। ਉਦੋਂ ਹੀ ਰਸਤੇ ਵਿੱਚ ਕਿਸੇ ਹਾਜੀ ਨੇ ਉਸ ਨਾਲ ਆਪਣੀ ਧੀ ਦਾ ਵਿਆਹ ਕਰਵਾਉਣ ਦੀ ਪੇਸ਼ਕਸ਼ ਰੱਖੀ। ਰਸਤੇ ਵਿੱਚ ਹੀ ਉਸ ਦਾ ਵਿਆਹ ਹੋ ਗਿਆ, ਪਰ ਕੁਝ ਸਮੇਂ ਬਾਅਦ ਹੀ ਉਸ ਦਾ ਆਪਣੇ ਸਹੁਰੇ ਨਾਲ ਕੋਈ ਝਗੜਾ ਹੋ ਗਿਆ, ਜਿਸ ਕਾਰਨ ਜਲਦੀ ਉਸ ਦਾ ਤਲਾਕ ਵੀ ਹੋ ਗਿਆ। 3 ਦਹਾਕਿਆਂ ਵਿੱਚ ਉਸਨੇ 10 ਵਿਆਹ ਕਰਵਾਏ ਅਤੇ ਫਿਰ ਤਲਾਕ ਵੀ ਹੋਏ। ਹੱਜ ਤੋਂ ਬਾਅਦ ਜਦੋਂ ਮਿਸਰ ਗਿਆ ਤਾਂ ਯਾਤਰਾ ਕਰਨ ਦਾ ਪੱਕਾ ਹੀ ਆਦੀ ਹੋ ਚੁੱਕਾ ਸੀ। ਨਵੀਆਂ ਥਾਵਾਂ ਦੇਖਣ ਦਾ ਇੰਨਾ ਸ਼ੌਕੀਨ ਸੀ ਕਿ ਉਸਨੇ ਫੈਸਲਾ ਕੀਤਾ ਕਿ ਕਿਸੇ ਵੀ ਰਾਹ ਤੋਂ ਦੁਬਾਰਾ ਨਹੀਂ ਗੁਜ਼ਰੇਗਾ, ਹਰ ਵਾਰ ਨਵੇਂ ਰਸਤੇ ਥਣੀ ਅੱਗੇ ਜਾਵੇਗਾ। ਉਸਨੇ ਅਗਲੇ 29 ਸਾਲ ਦੁਨੀਆ ਦੀ ਸੈਰ ਕੀਤੀ। ਇਬਨ ਬਤੂਤਾ ਅੰਦਰ ਸਿਆਣਪ ਵੀ ਬਹੁਤ ਸੀ। ਉਹ ਜਾਣਦਾ ਸੀ ਕਿ ਸੰਸਾਰ ਲੈਣ ਦੇਣ 'ਤੇ ਹੀ ਚੱਲਦਾ ਹੈ ਤੇ ਕਿਸੇ ਤੋਂ ਕੁਝ ਲੈਣ ਲਈ ਉਸ ਨੂੰ ਕੁਝ ਦੇਣਾ ਵੀ ਪਵੇਗਾ। ਇਸ ਲਈ ਉਹ ਜਦੋਂ ਵੀ ਕਿਸੇ ਨਵੇਂ ਦੇਸ਼ ਵਿੱਚ ਜਾਂਦਾ ਸੀ ਤਾਂ ਉੱਥੋਂ ਦੇ ਬਾਦਸ਼ਾਹ ਲਈ ਬਹੁਤ ਸਾਰੇ ਤੋਹਫੇ ਅਤੇ ਸੌਗਾਤਾਂ ਲੈ ਕੇ ਜਾਂਦਾ ਸੀ। ਉਹ ਹਰ ਦੇਸ਼ ਦੇ ਲੋਕਾਂ ਨਾਲ ਬਹੁਤ ਸਤਿਕਾਰ ਨਾਲ ਪੇਸ਼ ਆਉਂਦਾ। ਉਹ ਬਾਦਸ਼ਾਹ ਨੂੰ ਜਿੰਨੇ ਤੋਹਫੇ ਅਤੇ ਸਤਿਕਾਰ ਦਿੰਦਾ, ਬਦਲੇ ਵਿੱਚ ਵਾਪਸ ਆਉਂਦੇ ਸਮੇਂ ਬਾਦਸ਼ਾਹ ਵੀ ਉਸ ਨੂੰ ਢੇਰ ਸਾਰੇ ਉਪਹਾਰ ਦੇ ਕੇ ਭੇਜਦਾ। ਬਾਦਸ਼ਾਹ ਉਸ ਦੀ ਤਾਲੀਮ ਅਤੇ ਰੁਤਬੇ ਕਾਰਨ ਵੀ ਉਸ ਨੂੰ ਮਿਲ ਕੇ ਬਹੁਤ ਖੁਸ਼ ਹੁੰਦੇ ਸਨ ਅਤੇ ਉਸ ਦੀ ਬਹੁਤ ਆਓ ਭਗਤ ਕੀਤੀ ਜਾਂਦੀ ਸੀ। ਉਸ ਨੂੰ ਘਰੋਂ ਨਿਕਲੇ 7 ਸਾਲ ਹੋ ਚੁੱਕੇ ਸਨ। ਉਸਨੇ ਦਿੱਲੀ ਸਲਤਨਤ ਦੇ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਦੀ ਅਮੀਰੀ ਅਤੇ ਹਿੰਦੁਸਤਾਨ ਦੀ ਖੂਬਸੂਰਤੀ ਬਾਰੇ ਬਹੁਤ ਸੁਣ ਰੱਖਿਆ ਸੀ। ਹੁਣ ਉਹ ਹਿੰਦੁਸਤਾਨ ਨੂੰ ਆਪਣੇ ਅੱਖਾਂ ਨਾਲ ਵੇਖਣਾ ਚਾਹੁੰਦਾ ਸੀ। ਉਹ 13 ਸਤੰਬਰ 1933 ਨੂੰ ਅਫਗਾਨਿਸਤਾਨ ਰਾਹੀਂ ਮੁਲਤਾਨ ਪਹੁੰਚਿਆ। ਇੱਥੇ ਆਉਂਦਿਆਂ ਉਸ ਨੂੰ ਤੁਗਲਕ ਦੇ ਵੀਜ਼ਾ ਸਿਸਟਮ ਬਾਰੇ ਵੀ ਪਤਾ ਲੱਗਿਆ। ਇਤਿਹਾਸ ਵਿੱਚ ਕਿਸੇ ਵੀ ਇਮੀਗ੍ਰੇਸ਼ਨ ਸਿਸਟਮ ਦਾ ਇਹ ਪਹਿਲਾ ਜ਼ਿਕਰ ਹੈ। ਜਦੋਂ ਹਿੰਦੁਸਤਾਨ ਦੀ ਸਰਹੱਦ ਉੱਪਰ ਪਹੁੰਚਿਆ ਤਾਂ ਤੁਗਲਕ ਦੇ ਸਿਪਾਹੀਆਂ ਨੇ ਬਤੂਤਾ ਨੂੰ ਸਰਹੱਦ ਉੱਪਰ ਹੀ ਰੋਕ ਲਿਆ ਤੇ ਉਸ ਤੋਂ ਕਈ ਸਵਾਲ ਪੁੱਛੇ। ਉਹਨਾਂ ਨੇ ਉਸ ਤੋਂ ਸਭ ਕੁਝ ਪੁੱਛਿਆ ਕਿ ਉਹ ਕਿੱਥੋਂ ਆਇਆ ਹੈ ਤੇ ਦਿੱਲੀ ਕਿਉਂ ਜਾਣਾ ਚਾਹੁੰਦਾ ਹੈ ਅਤੇ ਉਹ ਕੌਣ ਹੈ ਤੇ ਕੀ ਕਰਦਾ ਹੈ। ਸਾਰੇ ਸਵਾਲਾਂ ਤੋਂ ਬਾਅਦ ਉਸ ਦੀ ਰਿਪੋਰਟ ਬਣਾ ਕੇ ਦਿੱਲੀ ਭੇਜੀ ਗਈ ਅਤੇ ਉਸ ਨੂੰ ਸਰਹੱਦ 'ਤੇ ਹੀ ਇੰਤਜ਼ਾਰ ਕਰਨ ਲਈ ਕਿਹਾ ਗਿਆ। ਜਦ ਦਿੱਲੀ ਤੋਂ ਮਨਜ਼ੂਰੀ ਆਈ ਤਾਂ ਫਿਰ ਹੀ ਬਤੂਤਾ ਨੂੰ ਹਿੰਦੁਸਤਾਨ ਵਿੱਚ ਪੈਰ ਰੱਖਣ ਦੀ ਇਜਾਜ਼ਤ ਦਿੱਤੀ ਗਈ। ਹੌਲੀ-ਹੌਲੀ ਉਹ ਯਾਤਰੀ ਵਜੋਂ ਬਹੁਤ ਮਸ਼ਹੂਰ ਹੋ ਗਿਆ ਸੀ ਅਤੇ ਅਮੀਰ ਵੀ ਹੋ ਗਿਆ ਸੀ। ਦਿੱਲੀ ਪਹੁੰਚ ਕੇ ਬਤੂਤਾ ਨੇ ਤੁਗਲਕ ਨੂੰ 30 ਘੋੜੇ, ਊਠ ਤੇ ਹੋਰ ਬਹੁਤ ਸਾਰੇ ਤੋਹਫੇ ਦਿੱਤੇ। ਤੁਗਲਕ ਨੇ ਬਤੂਤਾ ਬਾਰੇ ਪਹਿਲਾਂ ਹੀ ਸੁਣ ਰੱਖਿਆ ਸੀ ਅਤੇ ਉਸਨੇ ਬਤੂਤਾ ਨੂੰ ਦਿੱਲੀ ਪਹੁੰਚਦੇ ਹੀ ਰਾਜਧਾਨੀ ਦਾ ਕਾਜ਼ੀ ਬਣਾ ਦਿੱਤਾ ਅਤੇ ਉਸ ਦੀ 3000 ਦਿਨਾਰ ਤਨਖਾਹ ਤੈਅ ਕਰ ਦਿੱਤੀ। ਉਸ ਸਮੇਂ ਤਾਂ ਲਗਭਗ 5 ਕੁ ਦਿਨਾਰ ਵਿੱਚ ਹੀ ਇੱਕ ਪਰਿਵਾਰ ਦਾ ਮਹੀਨੇ ਭਰ ਦਾ ਗੁਜ਼ਾਰਾ ਹੋ ਜਾਂਦਾ ਸੀ ਤੇ 3000 ਦਿਨਾਰ ਤਾਂ ਬਹੁਤ ਵੱਡੀ ਰਕਮ ਸੀ। ਇੱਕ ਕਾਜ਼ੀ ਵਜੋਂ ਬਤੂਤਾ ਦਾ ਕੰਮ ਫੈਸਲੇ ਲੈਣਾ ਤੇ ਸਜ਼ਾ ਦਾ ਐਲਾਨ ਕਰਨਾ ਹੁੰਦਾ ਸੀ। ਜਿਵੇਂ ਕਿ ਉਸ ਸਮੇਂ ਸ਼ਰਾਬ ਪੀਂਦੇ ਫੜੇ ਗਏ ਲੋਕਾਂ ਨੂੰ 8 ਕੋੜਿਆਂ ਦੀ ਸਜ਼ਾ ਸੁਣਾਈ ਜਾਂਦੀ ਸੀ। ਬਤੂਤਾ ਨੇ ਦਿੱਲੀ ਵਿੱਚ ਤੁਗਲਕ ਦਾ ਕਮਾਲ ਦਾ ਸਪੀਡ ਪੋਸਟ ਸਿਸਟਮ ਵੀ ਦੇਖਿਆ, ਅਜਿਹਾ ਉਸਨੇ ਕਿਸੇ ਹੋਰ ਦੇਸ਼ ਵਿੱਚ ਨਹੀਂ ਸੀ ਦੇਖਿਆ। 14ਵੀਂ ਸਦੀ ਦਾ ਸਪੀਡ ਪੋਸਟ ਵਾਕਈ ਵਿਲੱਖਣ ਸੀ। ਇੱਕ ਰੀਲੇ ਦੌੜ ਵਰਗਾ ਹੁੰਦਾ ਸੀ। ਲੋਕ ਆਪਣਾ ਸੁਨੇਹਾ ਡਾਕਖਾਨੇ ਦੇ ਮੁਲਾਜ਼ਮ ਨੂੰ ਦਿੰਦੇ। ਮੁਲਾਜ਼ਮ ਦੇ ਹੱਥ ਵਿੱਚ ਘੰਟਿਆਂ ਵਾਲਾ ਇੱਕ ਚੱਕਾ ਹੁੰਦਾ ਸੀ। ਉਹ ਘੰਟੀਆਂ ਵਜਾਉਂਦਾ ਹੋਇਆ 3 ਮੀਲ ਤੱਕ ਦੌੜਦਾ ਸੀ। ਘੰਟੀਆਂ ਦਾ ਖੜਕਾ ਸੁਣ ਕੇ ਲੋਕ ਉਸ ਲਈ ਰਾਹ ਛੱਡ ਦਿੰਦੇ ਸਨ। 3 ਮੀਲ ਦੀ ਦੂਰੀ ਤੇ ਦੂਜਾ ਮੁਲਾਜ਼ਮ ਸੁਨੇਹਾ ਲੈਣ ਲਈ ਪਹਿਲਾਂ ਹੀ ਤਿਆਰ ਖੜਾ ਹੁੰਦਾ ਸੀ ਤੇ ਫਿਰ ਉਹ ਸੰਦੇਸ਼ ਲੈ ਕੇ ਅੱਗੇ 3 ਮੀਲ ਦੌੜਦਾ ਤੇ ਉਸ ਤੋਂ ਅੱਗੇ ਹੋਰ ਮੁਲਾਜ਼ਮ ਸੁਨੇਹਾ ਫੜਨ ਲਈ ਤਿਆਰ ਖੜਾ ਹੁੰਦਾ ਸੀ। ਜਦ ਤੱਕ ਸੁਨੇਹਾ ਆਪਣੀ ਮੰਜ਼ਿਲ ਤੱਕ ਨਹੀਂ ਸੀ ਪਹੁੰਚ ਜਾਂਦਾ। ਇਹ ਚੱਕਰ ਇਦਾਂ ਹੀ ਚੱਲਦਾ ਰਹਿੰਦਾ ਸੀ।
ਇਸ ਤਰੀਕੇ ਨਾਲ ਸੁਨੇਹਾ ਪਹੁੰਚਾਉਣ ਦਾ ਸਮਾਂ 15 ਦਿਨਾਂ ਤੋਂ ਘੱਟ ਕੇ 5 ਦਿਨਾਂ ਦਾ ਹੋ ਗਿਆ ਸੀ। ਚਾਹੇ ਅੱਜ ਦੇ ਸਮੇਂ ਵਿੱਚ ਸੁਣ 'ਚ ਇੱਕ ਐਸਾ ਵੀ ਲੱਗੇ, ਪਰ ਉਸ ਸਮੇਂ ਇਹ ਬਹੁਤ ਲਾਹੇਵੰਦ ਸੀ। ਇਬਨ ਬਤੂਤਾ ਨੇ ਤੁਗਲਕ ਦੀ ਮਹਾਨਤਾ ਬਾਰੇ ਤਾਂ ਬਹੁਤ ਸੁਣਿਆ ਸੀ, ਪਰ ਉਸਨੇ ਤੁਗਲਕ ਦਾ ਪਾਗਲਪਨ ਇੱਥੇ ਆ ਕੇ ਦੇਖਿਆ। ਤੁਗਲਕ ਦਾ ਜ਼ਾਲਮ ਚਿਹਰਾ ਹੁਣ ਉਸ ਦੇ ਸਾਹਮਣੇ ਆ ਰਿਹਾ ਸੀ। ਤੁਗਲਕ ਕਿਸੇ ਵੀ ਵਕਤ ਮਨਮਰਜ਼ੀ ਦੇ ਫੈਸਲੇ ਸੁਣਾ ਦਿੰਦਾ ਸੀ ਅਤੇ ਜੋ ਵੀ ਉਸ ਦੇ ਫੈਸਲੇ ਦਾ ਵਿਰੋਧ ਕਰਦਾ ਉਸ ਨੂੰ ਉਸੇ ਵਕਤ ਮੌਤ ਦੀ ਸਜ਼ਾ ਸੁਣਾ ਦਿੰਦਾ ਸੀ। ਜਦ ਤੁਗਲਕ ਦੇ ਗਵਰਨਰ ਅਤੇ ਸੈਨਾਪਤੀ ਨੇ ਉਸ ਵਿਰੁੱਧ ਬਗਾਵਤ ਕਰ ਦਿੱਤੀ ਤਾਂ ਤੁਗਲਕ ਹੋਰ ਸਨਖੀ ਹੋ ਗਿਆ। ਉਸਨੇ ਮਾਮੂਲੀ ਜਿਹੇ ਸ਼ੱਕ ਤੇ ਹੀ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਬਤੂਤਾ ਵੀ ਇਸ ਚੱਕਰ ਵਿੱਚ ਫਸਣ ਵਾਲਾ ਸੀ। ਬਤੂਤਾ ਨੇ ਤੁਗਲਕ ਦਰਬਾਰ ਦੇ ਇੱਕ ਅਫਸਰ ਦੀ ਧੀ ਨਾਲ ਵਿਆਹ ਕਰਵਾ ਲਿਆ ਸੀ। ਉਸਦਾ ਸਹੁਰਾ ਚੰਗੇ ਰੁਤਬੇ ਵਾਲਾ ਆਦਮੀ ਸੀ, ਪਰ ਤੁਗਲਕ ਵਿਰੁੱਧ ਹੋਈ ਬਗਾਵਤ ਵਿੱਚ ਉਸਦਾ ਸਹੁਰਾ ਵੀ ਸ਼ਾਮਲ ਹੋ ਗਿਆ, ਜਿਸ ਕਰਕੇ ਤੁਗਲਕ ਨੇ ਉਸ ਨੂੰ ਮਰਵਾ ਦਿੱਤਾ। ਹੁਣ ਬਤੂਤਾ ਵੀ ਤੁਗਲਕ ਦੇ ਸ਼ੱਕ ਦੇ ਘੇਰੇ ਵਿੱਚ ਆ ਚੁੱਕਾ ਸੀ। ਉਸ ਸਮੇਂ ਬਤੂਤਾ ਤੇ ਇੱਕ ਤੋਂ ਬਾਅਦ ਇੱਕ ਮੁਸੀਬਤ ਪੈ ਰਹੀ ਸੀ। ਹੋਇਆ ਇਹ ਕਿ ਬਤੂਤਾ ਇੱਕ ਫਕੀਰ ਨੂੰ ਮੰਨਦਾ ਸੀ। ਉਹ ਫਕੀਰ ਦੁਨੀਆਦਾਰੀ ਤੋਂ ਬਹੁਤ ਦੂਰ ਸੀ ਅਤੇ ਸੁਲਤਾਨ ਦੇ ਹੁਕਮਾਂ ਨੂੰ ਨਹੀਂ ਸੀ ਮੰਨਦਾ। ਬਸ ਫਿਰ ਕੀ ਸੀ, ਗੁੱਸੇ ਵਿੱਚ ਆਏ ਤੁਗਲਕ ਨੇ ਉਸ ਫਕੀਰ ਨੂੰ ਬਹੁਤ ਤਸੀਹੇ ਦਿੱਤੇ। ਪਹਿਲਾਂ ਉਸ ਦੀ ਦਾੜੀ ਦੇਖ ਕੇ ਕਰਕੇ ਸਾਰੇ ਵਾਲ ਪਟਵਾ ਦਿੱਤੇ ਤੇ ਫਿਰ ਅਗਲੇ ਦਿਨ ਉਸ ਦਾ ਸਿਰ ਕਲਮ ਕਰਵਾ ਦਿੱਤਾ। ਜੋ ਵੀ ਉਸ ਫਕੀਰ ਨੂੰ ਜਾਣਦਾ ਸੀ, ਤੁਗਲਕ ਨੇ ਸਭ ਦੀ ਇੱਕ ਲਿਸਟ ਤਿਆਰ ਕਰਵਾਈ। ਇਬਨ ਬਤੂਤਾ ਦਾ ਨਾਮ ਵੀ ਉਸ ਸੂਚੀ ਵਿੱਚ ਸ਼ਾਮਲ ਸੀ। ਫਕੀਰ ਨਾਲ ਦੋਸਤੀ ਇਬਨ ਬਤੂਤਾ ਨੂੰ ਬਹੁਤ ਮਹਿੰਗੀ ਪਈ। ਤੁਗਲਕ ਨੇ ਬਤੂਤਾ ਨੂੰ ਵੀ ਜੇਲ੍ਹ ਵਿੱਚ ਕੈਦ ਕਰਵਾ ਦਿੱਤਾ। ਬਤੂਤਾ ਨੂੰ ਡਰ ਸੀ ਕਿ ਹੁਣ ਪਤਾ ਨਹੀਂ ਕਦੋਂ ਮੌਤ ਦਾ ਫਰਮਾਨ ਆ ਜਾਵੇ। ਬਤੂਤਾ ਦੇ ਤਾਂ ਜਾਨ ਤੇ ਬਣੀ ਹੋਈ ਸੀ। ਆਖਰ 9 ਦਿਨ ਬਾਅਦ ਉਹ ਵਕਤ ਆ ਗਿਆ ਜਦ ਉਸ ਨੂੰ ਤੁਗਲਕ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਬਤੂਤਾ ਦਾ ਕੀ ਅਸਰ ਹੋਇਆ, ਕਿ ਉਹ ਆਪਣੀ ਜਾਨ ਬਚਾ ਸਕਿਆ ਜਾਂ ਨਹੀਂ, ਤੇ ਤੁਗਲਕ ਨੇ ਆਖਰ ਬਤੂਤਾ ਨੂੰ ਕਿਹੜੀ ਸਜ਼ਾ ਦਿੱਤੀ, ਇਹ ਸਭ ਪੇਸ਼ ਕਰਾਂਗੇ ਅਗਲੇ ਭਾਗ ਵਿੱਚ। ਜੇ ਤੁਸੀਂ ਜਲਦ ਤੋਂ ਜਲਦ ਅਗਲਾ ਭਾਗ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਫੋਲੋ ਕਰ ਲਓ ਤਾਂ ਕਿ ਨਵੀਂ ਵੀਡੀਓ ਆਉਂਦੇ ਹੀ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ।